करते हैं, इवें गल्लां करके सानू समझाया। क्योंकि असल ना कोई भी अपने प्रेमी नाल, अपने दोस्त नाल, मित्र नाल गलबात करनी होवे, उन्हां गल्लां दी तैयारी नहीं कीती जाती भी मैं अपने दोस्त नूं मिलण जाना ते मैं पहलां तैयारी करके जावां, कोई कथा कहानियां चुटकुले पढ़ के जावां ते फिर मैं उहदे नाल गल्लां करूंगा। ना, ਉਹ ਤਾਂ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ ਜੋ ਗੱਲਾਂ ਮੌਕੇ ਤੇ ਔੜਨਗੀਆਂ, ਉਹ ਗੱਲਾਂ ਹੀ ਸਾਡੀਆਂ ਇਤਿਹਾਸਕ ਗੱਲਾਂ ਬਣ ਜਾਂਦੀਆਂ ਨੇ। ਬਸ ਆਹੀ ਕਹਾਣੀ ਹੈ। ਇੱਥੇ ਭਗਤ ਸਧਨਾ ਜੀ ਦੀ ਬਾਣੀ ਆਪਾਂ ਪੜ੍ਹੀ ਆ, ਦੁਬਾਰਾ ਫਿਰ ਉਸ ਸ਼ਬਦ ਨੂੰ ਪੜ੍ਹੀਏ ਤਾਂ ਜੋ ਸਾਡੇ ਧਿਆਨ ਦੇ ਵਿੱਚ ਕੱਲੀ ਕੱਲੀ ਗੱਲ ਆ ਜਾਵੇ। ਕੋਸ਼ਿਸ਼ ਵੀ ਬਾਣੀ ਨੂੰ ਆਪਣੇ ਧਿਆਨ ਦੇ ਵਿੱਚ ਲੈ ਕੇ ਆਉਣਾ, ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਨੀ ਆ ਲੈ ਕੇ ਆਉਣ ਦੀ। ਬਾਣੀ ਕੀ ਕਹਿੰਦੀ ਆ, ਬੋਲ ਕੀ ਨੇ, ਬਾਣੀ ਸਧਨੇ ਕੀ ਰਾਗ ਬਲਾਬਲ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਨਿਰਪ ਕੰਨਿਆ ਕੈ ਕਾਰਨੈ, ਇਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕਾ ਪਹਿਜ ਸਵਾਰੀ, ਤਬ ਗੁਣ ਕਹਾ ਜਗਤ ਗੁਰਾਂ, ਜੋ ਕਰਮ ਨਾ ਨਾਸੈ, ਸਿੰਘ ਸਰਣ ਕਤ ਜਾਈਐ, ਜੋ ਚੰਬਕ ਗ੍ਰਸੈ, रहाओ एक बूंद जल कारणे, एक बूंद जल कारणे, चात्रक दुख पावै पपीहा, चात्रक दुख पावै, प्राण गए सागर मिलै, फुन काम ना आवै, प्राण गए सुख सागर मिलै। पातशाह जी कहते प्राण भी चले जाते ने, सुख सागर मिलै, पर अगे की होया, काम ना आवे, प्राण जो थाके थिर नहीं, कैसे बिरमावूं बूढ़ मुए नौका मिलै, कहो काहे चढ़ावूं। फिर अगे लास्ट विच भगत सधना जी ने बड़ा प्यारा जिक्र किया, मैं नाही किछ हौं नाही, किछ आहे ना मोरा, अवसर लज्जा राख लिहो, सधना जन तोरा। आ गल कहनी बहुत औखी आ भी मैं तेरा, मैं नाही कहना बहुत औखा भी मैं कुछ भी नहीं मिहना रखदा आप जी अगे, मेरी कोई ताकत नहीं, मेरी कोई किसी तरह की शक्ति नहीं है, मेरे च कोई भी किसी तरह की ताकत नहीं है। मैं नाही किछ हौं नाही, किछ आहे ना मोरा, है की अवसर लज्जा राख लिहो, मैनू रख लै अपनी शरण दे विच, सधना जन तोरा। ये पूरा शब्द आ भगत सधना जी दा। जिहड़ी आरंभता की गल शेर तो कीती आ, जिहड़ी आरंभता ना रहाओ दे विच बड़ी प्यारी कीती आ, किवें किस गल ते किस आधार ते समझाया। भगत सधना जी कहंदे ना, हैरानी दी गल आ, जे कोई जीव ना शेर दा आसरा ले ले, जे कोई जीव शेर दा सहारा ले ले ते उहनूं गिद्दड़ तंग करे, गल जचदी नहीं। शेर दा आसरा ले लिया, गिद्दड़ भंबकियां आउंदियां ने, गिद्दड़ तंग करदा गा, गिद्दड़ दंदियां वढ़दा गा, ये गल जचदी नहीं। फिर तां शेर नूं कहना पू तेरी शरण विच आउण दा की फायदा होया। हुण साडे कोले ओह किहड़ा शेर आ? गुरु दी बाणी।
ਗਿਆਨ, ਗੁਰੂ, ਪਰਮਾਤਮਾ, ਅੱਲਾ, ਆ ਸ਼ੇਰ ਆ। ਜੇ ਰੱਬ ਦਾ ਆਸਰਾ ਲਈ ਲਿਆ ਨਾ ਤੇ ਫਿਰ ਗਿੱਦੜਾਂ ਤੋਂ ਕਾਹਦਾ ਡਰਨਾਗਾ। ਇੱਥੇ ਭਗਤ ਧੰਨਾ ਜੀ ਨੇ ਵਾਹਿਗੁਰੂ ਸਾਧਨਾ ਜੀ ਨੇ ਬਚਨ ਕੀਤੇ ਨੇ। ਲਿਖਿਆ ਕੀ ਆ, ਕਹਿੰਦੇ ਤਬ ਗੁਣ ਕਹਾ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ। ਸਿੰਘ ਸ਼ੇਰ, ਸਿੰਘ ਸ਼ਰਨ ਕਤ ਜਾਈਐ। ਅੱਗੇ ਕਹਿੰਦੇ ਨੇ ਜੋ ਜੰਬਕ ਗਰਾਸੈ। ਜੰਬਕ ਕਹਿੰਦੇ ਨੇ ਗਿੱਦੜ ਨੂੰ, ਰਹਾਓ। ਕਹਿੰਦੇ ਜੇ ਗਿੱਦੜੀ ਗਰਸ ਜਾਵੇ ਨਾ, ਗਿੱਦੜ ਹੀ ਖਾ ਜਾਵੇ, ਗਿੱਦੜ ਹੀ ਡਰਾ ਜਾਵੇ, ਤੇ ਫਿਰ ਤਾਂ ਸ਼ੇਰ ਦੀ ਸ਼ਰਨ ਵਿੱਚ ਆਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਗੱਲ ਆਮ ਜੀ ਆ, ਪਰ ਜਿਹਨੂੰ ਆਪਾਂ ਆਪਣੀ ਜ਼ਿੰਦਗੀ 'ਚ ਥੋੜਾ ਜਿਹਾ ਨਾ ਫੀਲ ਕਰਕੇ ਵੇਖਾਂਗੇ, ਥੋੜਾ ਜਿਹਾ ਅਹਿਸਾਸ ਕਰਕੇ ਵੇਖਾਂਗੇ, ਫਿਰ ਕਿੱਦਾਂ ਜਾਪੂਗੀ। ਫਿਰ ਇਉਂ ਲੱਗੂਗੀ ਵੀ ਗੱਲ ਬਹੁਤ ਵੱਡੀ ਆ। ਸੁਣਨ ਨੂੰ, ਪੜ੍ਹਨ ਨੂੰ ਤਾਂ ਆਮ ਜੀ ਬਣ ਗਈ, ਤੇ ਜਦੋਂ ਆਪਾਂ ਥੋੜੀ ਜਿਹੀ ਫੀਲ ਕਰਾਂਗੇ ਨਾ, ਅਹਿਸਾਸ ਕਰਾਂਗੇ, ਫਿਰ ਬਹੁਤ ਵੱਡੀ ਗੱਲ ਲੱਗਦੀ ਹੈ। ਕਿਉਂਕਿ ਅਸੀਂ ਸਾਰਿਆਂ ਨੇ, ਜਿੰਨੇ ਵੀ ਰੱਬ ਦੇ ਪ੍ਰੇਮੀ ਨੇ, ਗੁਰੂ ਦੇ ਪ੍ਰੇਮੀ ਨੇ, ਮਾਲਕ ਦੇ ਦਰ ਘਰ ਨਾਲ, ਉਹਦੀ ਬਾਣੀ ਨਾਲ, ਉਹਦੀ ਵਿਚਾਰਧਾਰਾ ਨਾਲ ਸਹਿਮਤ ਨੇ, ਜੁੜੇ ਨੇ। ਇਹ ਰੱਬ ਦੀ ਸ਼ੇਰ ਦੀ ਸ਼ਰਨ ਆ, ਇਹ ਗੁਰੂ ਦੀ, ਗੁਰੂ ਰੂਪੀ ਸ਼ੇਰ ਦੀ ਸ਼ਰਨ ਆ। ਤੇ ਜੇ ਗੁਰੂ ਰੂਪੀ ਸ਼ੇਰ ਸ਼ਰਨ ਵਿੱਚ ਰਹਿ ਕੇ ਹੀ ਬੰਦਾ ਡਰੇ ਤੇ ਫਿਰ ਗੱਲ ਨਹੀਂ ਚੱਜਦੀ। ਕੱਲਾ ਕੱਲਾ ਇਤਿਹਾਸ ਵਿੱਚੋਂ ਪੁਆਇੰਟ ਲੈ ਸਕਦੇ ਆ, ਇੱਥੇ ਇੱਕ ਨਹੀਂ ਅਨੇਕਾਂ ਹੀ ਸਾਨੂੰ ਉਦਾਹਰਨਾਂ ਮਿਲ ਸਕਦੀਆਂ। ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਰੂਪੀ ਸ਼ੇਰ ਦੀ ਸ਼ਰਨ ਲੈ ਲਈ, ਤੇ ਲੋਕ ਕੀ ਕਹਿੰਦੇ ਨੇ, ਤੈਨੂੰ ਮਾਰ ਦਾਂਗੇ। ਉਹ ਕਹਿੰਦਾ ਮੈਂ ਤਾਂ ਉੱਥੇ ਜਾ ਆਇਆ, ਜਿੱਥੇ ਭੇਜਣ ਦੀ ਗੱਲ ਕਰਦੇ ਹੋ ਨਾ ਸਿਵਿਆਂ 'ਚ, ਮੈਂ ਤਾਂ ਕੱਢਿਆ ਗੜਾ ਉੱਥੇ, ਡਰ ਨੂੰ ਹਟ ਗਿਆ ਨਾ। ਤੈਨੂੰ ਮਾਰ ਦਾਂਗੇ, ਤੈਨੂੰ ਖਤਮ ਕਰ ਦਾਂਗੇ, ਮੈਨੂੰ ਕੋਈ ਡਰ ਨਹੀਂ, ਮੈਂ ਰੱਬ ਰੂਪੀ ਸ਼ੇਰ ਦੀ ਸ਼ਰਨ ਲੈ ਲਈ। ਮਰਦਾਨੇ ਨੂੰ ਵੀ, ਮਰਦਾਨੇ ਦਾ ਕੋੜਮਾ, ਉਹਦਾ ਪਰਿਵਾਰ, ਰਿਸ਼ਤੇਦਾਰ, ਭੈਣ ਭਾਈ ਕਹਿੰਦੇ ਹੋਣਗੇ ਤੂੰ ਕਿੱਧਰ ਪੁੱਠੇ ਪੰਗੇ ਲੈ ਲਏ। ਉਹ ਕਹਿੰਦਾ ਮੈਂ ਤਾਂ ਸ਼ੇਰ ਦੀ ਸ਼ਰਨ 'ਚ ਵਗ ਗਿਆ, ਮੈਨੂੰ ਤੁਹਾਡੀਆਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕੋਈ ਡਰ, ਕੋਈ ਖਤਰਾ ਨਹੀਂ ਲੱਗਦਾ। ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, 10ਵੇਂ ਪਾਤਸ਼ਾਹ ਤੱਕ ਵੇਖ ਲਓ, ਕਦੇ ਬੰਦਾ ਸਿੰਘ ਬਹਾਦਰ, ਉਹ ਵੀ ਆਮ ਜਿਹਾ ਵਿਅਕਤੀ ਆ, ਇੱਕ ਸ਼ਿਕਾਰੀ ਕਰਨ ਵਾਲਾ, ਸ਼ਿਕਾਰ ਕਰਨ ਵਾਲਾ ਸ਼ਿਕਾਰੀ ਆ। ਫਿਰ ਆਪਾਂ ਨੂੰ ਪਤਾ ਕਿਸੇ ਜੀਵ ਨੂੰ ਮਾਰ ਕੇ ਝੱਲਿਆ ਵੀ ਨਹੀਂ ਗਿਆਗਾ, ਬਰਾਗੀ ਬਣ ਗਿਆ। ਤੇ ਫਿਰ ਚੇਤਾ ਰੱਖਿਓ, ਇੱਕ ਦਿਨ ਸ਼ੇਰ ਦੀ ਸ਼ਰਨ ਲੈ ਲਈ। 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸ਼ੇਰ ਆ ਨਾ, ਸਿੰਘ, ਤੇ ਉਹਦੀ ਸ਼ਰਨ ਲੈ ਲਈ। ਤੇ ਫਿਰ ਚੇਤਾ ਰੱਖੋ, ਦਿਲ ਦੇ ਵਿੱਚੋਂ ਡਰ ਹੀ ਮੁੱਕ ਗਏ ਸਾਰੇ, ਨਿਰਭਉ ਨਿਰਵੈਰ ਜੀਵਨ ਬਣ ਗਿਆ। ਚਲੋ ਇਹ ਤਾਂ ਗੱਲਾਂ ਹੁਣ ਆਪਾਂ ਸਾਰਿਆਂ ਨੇ ਵੇਖ ਲਈਆਂ ਇਤਿਹਾਸ ਦੇ ਵਿੱਚੋਂ, ਕਿਵੇਂ ਕਿਵੇਂ ਸ਼ਰਨ ਲੈਤੀ ਆ। ਮਨੀ ਸਿੰਘ ਦੇ ਪੂਰੇ ਪਰਿਵਾਰ ਨੇ ਸ਼ੇਰ ਦੀ ਸ਼ਰਨ ਲੈ ਲਈ, ਡਰ ਹੀ ਨਹੀਂ ਲੱਗਿਆ ਹੈਗਾ। ਮਤੀ ਦਾਸ, ਸਤੀ ਦਾਸ ਵਰਗਿਆਂ ਨੇ ਸ਼ੇਰ ਦੀ ਸ਼ਰਨ ਲੈਤੀ ਹੈ, ਡਰ ਹੀ ਨਹੀਂ ਲੱਗਿਆ ਹੈਗਾ। ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਛੋਟੀ ਛੋਟੀ ਉਮਰ ਦੇ ਨੇ, ਸ਼ੇਰ ਦੀ ਸ਼ਰਨ 'ਚ ਆ, ਡਰ ਲੱਗਦਾ ਨਾ। ਹੁਣ ਗੱਲ ਆਪਣੇ ਤੇ ਲਿਆਓ, ਅਸੀਂ ਰੱਬ ਰੂਪੀ, ਪਰਮਾਤਮਾ ਰੂਪੀ ਸ਼ੇਰ ਦੀ ਸ਼ਰਨ ਵੀ ਲੈ ਲਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜ ਕੇ, ਤੇ ਡਰ ਦੇ ਕੱਚੇ ਧਾਗਿਆਂ ਤੋਂ ਆ। ਫਿਰ ਸ਼ੇਰ ਨੂੰ ਪੁੱਛੋ ਵੀ ਤੇਰੇ ਵਿੱਚ ਤਾਕਤ ਨਹੀਂ ਹੈ। ਉਹ ਕਹਿੰਦਾ ਤਾਕਤ ਬਹੁਤ ਆ, ਮੈਂ ਹੁਣ ਕੀ ਇਹਦੇ 'ਚ ਤੈਨੂੰ ਕਿਵੇਂ ਸਮਝਾਵਾਂ ਕਰਾਂ ਵੀ ਤੂੰ ਡਰਨੋਂ ਹਟ ਜੇ। ਮੈਂ ਤੈਨੂੰ ਗੱਲਾਂ ਦੇ ਨਾਲ, ਵਿਚਾਰਾਂ ਦੇ ਨਾਲ ਬੜਾ ਹੀ ਸਮਝਾਇਆ ਵੀ ਇਹਨਾਂ 'ਚ ਕੁਛ ਨਹੀਂ ਹੈ, ਪਰ ਅਸੀਂ ਡਰ ਰਹੇ ਹਾਂ। ਸ਼ੇਰ ਦੀ ਸ਼ਰਨ ਲੈ ਕੇ ਬੰਦਾ ਮਨ ਮਤ ਤੋਂ ਡਰ ਰਿਹਾ ਹੈਗਾ। ਮਨ ਮਤ ਦੇ ਨਾਲ ਕਿੰਨੀ ਕਮੈੜ ਨੇ, ਇਹ ਛਿੱਕ ਮਾਰੀ ਬਿੱਲੀ ਰਾਹ ਕੱਟ ਕੇ ਡਰੀ ਜਾਂਦੇ ਆ।
ਇਹ ਮੱਥੇ ਕੌਣ ਲੱਗ ਗਿਆ, ਇਹਨੇ ਮੱਥੇ ਲੱਗਣਾ ਸੀ, ਇਹਨੂੰ ਮੱਥੇ ਲਾ ਕੇ ਜਾਣਾ ਸੀ। ਐਦਾਂ ਦੀਆਂ ਵਿਚਾਰਾਂ ਚੱਲਦੀਆਂ ਨਾ। ਇਹ ਕੀ ਆ, ਸ਼ੇਰ ਦੀ ਸ਼ਰਨ ਵਿੱਚ ਰਹਿ ਕੇ ਅੱਜ ਅਸੀਂ ਡਰ ਰਹੇ ਹਾਂ, ਬਿਰਲਿਆਂ ਨੂੰ ਛੱਡ ਕੇ। ਸ਼ੇਰ ਦੀ ਸ਼ਰਨ ਵਿੱਚ ਰਹਿ ਕੇ ਲੋਕਾਂ ਦੀਆਂ ਗਿੱਦੜ ਭਮਕੀਆਂ ਤੋਂ ਵੀ ਡਰੀ ਜਾਂਦੇ ਆ। ਨਾਲੇ ਵੀ ਐਡ ਕਰ ਲਓ ਨਾ, ਕੋਈ ਫਰਕ ਨਹੀਂ ਪੈਂਦਾਗਾ। ਤੈਨੂੰ ਮਾਰ ਦਾਂਗੇ, ਤੈਨੂੰ ਵੱਢ ਦਾਂਗੇ, ਤੈਨੂੰ ਕੱਢ ਦਾਂਗੇ। ਇਹ ਕੀ ਆ, ਇਹ ਗਿੱਦੜ ਭਮਕੀਆਂ। ਗੁਰੂ ਸਾਹਿਬ ਕਹਿੰਦੇ, ਭਗਤ ਸਧਣਾ ਜੀ ਕਹਿੰਦੇ ਨਾ, ਫਿਰ ਮੈਂ ਜਿਸ ਦਿਨ ਆਪਣੇ ਜੀਵਨ ਨੂੰ ਬਦਲਿਆ ਨਾ, ਬਦਲਣ ਦੇ ਲਈ ਇੱਕੋ ਇੱਕ ਮੇਰੇ ਕੋਲੇ ਸਾਧਨ ਸੀ ਅਸਲੀ। ਉਹ ਕਿਹੜਾ ਸੀ? ਮੈਂ ਰੱਬ ਰੂਪੀ ਸ਼ੇਰ ਦੀ ਜਦੋਂ ਸ਼ਰਨ ਲੈ ਲਈ, ਮੈਂ ਡਰਨੋਂ ਹਟ ਗਿਆ। ਮੇਰਾ ਕੋੜਮਾ ਮੈਨੂੰ ਕਹਿੰਦਾ ਤੈਨੂੰ ਮਾਰ ਦਾਂਗੇ, ਤੂੰ ਕਿਹੜੇ ਰਾਹ ਪੈ ਗਿਆ? ਜਿਹੜੇ ਰਾਹ ਮੈਂ ਪਿਆ ਸੀ ਉਹ ਮੂਹਰੋਂ ਕਹਿੰਦੇ ਅਸੀਂ ਤੈਨੂੰ ਮਾਰ ਦਾਂਗੇ, ਤੂੰ ਸਾਡੇ ਬੰਨੀ ਗਲਤ ਤੁਰ ਪਿਆ, ਇੱਧਰ ਆਉਣਾ ਨਹੀਂ ਚਾਹੀਦਾ ਤੈਨੂੰ। ਉਹਨਾਂ ਨੇ ਰਲ ਮਿਲ ਕੇ ਮੇਰੀ ਰਾਜੇ ਕੋਲੇ ਸ਼ਿਕਾਇਤ ਕਰਤੀ। ਰਾਜੇ ਨੇ ਮੈਨੂੰ ਬੁਰਜ ਵਿੱਚ ਚੱਲਣ ਦਾ ਹੁਕਮ ਕਰਤਾ, ਪਰ ਮੈਨੂੰ ਰੱਬ ਰੂਪੀ ਸ਼ੇਰ ਨੇ ਬਚਾ ਲਿਆ। ਲੋਕਾਂ ਨੇ ਮਾਰਨ ਦੀ ਕਸਰ ਨਹੀਂ ਛੱਡੀ, ਨਾ ਤਾਂ ਆਪਦਿਆਂ ਨੇ, ਨਾ ਬਗਾਨਿਆਂ ਨੇ, ਨਾ ਰਾਜੇ ਨੇ। ਆਪਦਿਆਂ ਤੋਂ ਵੀ ਆਸ ਹੁੰਦੀ ਹੈ ਨਾ ਵੀ ਇਹ ਮੈਨੂੰ ਬਚਾ ਲੈਣਗੇ। ਚਲੋ ਕਈ ਵਾਰ ਕੋਈ ਆਸੇ ਪਾਸੋਂ ਦੋਸਤ ਮਿੱਤਰ ਵੀ ਬਚਾਉਣ ਦੇ ਲਈ ਹਾਦਾ ਨਾਰਾ ਮਾਰ ਦਿੰਦਾ। ਮਲੇਰਕੋਟਲੇ ਦੇ ਨਵਾਬ ਨੇ ਮਾਰਤਾ ਸੀ ਹਾਦਾ ਨਾਰਾ ਵੀ ਨਹੀਂ ਤੁਹਾਡੀ ਮਾੜੀ ਗੱਲ ਆ ਯਾਰ, ਇਹ ਗਲਤ ਗੱਲ ਆ। ਪਰ ਕਹਿੰਦਾ ਇੱਥੇ ਤਾਂ ਹਾਦਾ ਨਾਰਾ ਮਾਰਨ ਵਾਲਾ ਇੱਕ ਵੀ ਨਹੀਂ ਆਇਆਗਾ। ਫਿਰ ਬੰਦੇ ਨੂੰ ਰਾਜੇ ਤੇ ਥੋੜੀ ਜੀ ਇਦਾਂ ਦੀ ਭਾਵਨਾ ਹੁੰਦੀ ਆ ਵੀ ਰਾਜਾ ਤਾਂ ਬਚਾ ਹੀ ਲਊ ਨਾ, ਕੋਈ ਨਗਰ ਦਾ, ਕੋਈ ਇਲਾਕੇ ਦਾ ਮੋਹਤਬਰ ਤਾਂ ਇਹ ਤਾਂ ਬਚਾ ਹੀ ਲਊ ਨਾ, ਇਹ ਤਾਂ ਸਿਆਣਾਂਗੇ, ਤਾਂ ਲੋਕਾਂ ਨੇ ਚੁਣਿਆ ਵਿਆਗਾ। ਪਰ ਕਹਿੰਦਾ ਰਾਜਾ ਵੀ ਮਾਰਨ ਤੇ ਲੱਗਿਆ ਹੋਇਆ ਸੀ। ਰਾਜਾ ਵੀ ਮਾਰਨ ਤੇ ਆ, ਪਰਜਾ ਵੀ ਮਾਰਨ ਤੇ ਆ, ਤੇ ਬਚਾਉਣ ਵਾਲਾ ਸ਼ੇਰ ਆ। ਫਿਰ ਉਹ ਰੱਬ ਰੂਪੀ ਸ਼ੇਰ ਆ। ਫਿਰ ਮੈਂ ਜਿਹਦੀ ਸਰਨ ਲੈਤੀ ਸੀ ਨਾ, ਮੈਂ ਇੱਕ ਦਾ ਹੀ ਬਣ ਗਿਆ, ਬਾਕੀਆਂ ਦਾ ਖਹਿੜਾ ਹੀ ਛੱਡਤਾ। ਆਪਾਂ ਪੜ੍ਹਦੇ ਵੀ ਹੁੰਨੇ ਨਾ, ਇੱਕ ਤੱਕਿਆ ਭਰੋਸਾ ਤੇਰੇ ਨਾਮ ਦਾ, ਹੋਰ ਸਭੇ ਢਾਈਆਂ ਢੇਰੀਆਂ। ਬੜੀ ਪੁਰਾਣੀ ਧਾਰਨਾ ਇਹ। ਇਵੇਂ ਜਿਵੇਂ ਭਗਤ ਸਧਣਾ ਜੀ ਕਹਿੰਦੇ ਮੈਂ ਤਾਂ ਬਾਕੀ ਢੇਰੀਆਂ ਢਾਤੀਆਂ, ਮੈਂ ਤਾਂ ਇੱਕ ਰੱਬ ਦਾ, ਰੱਬ ਰੂਪੀ ਸ਼ੇਰ ਦਾ ਆਸਰਾ ਲੈ ਲਿਆ। ਬਸ ਇੱਥੇ ਗੱਲ ਨਿਬੜ ਗਈ। ਤੇ ਜੇ ਰੱਬ ਰੂਪੀ ਸ਼ੇਰ ਦਾ ਆਸਰਾ ਲੈਤਾ, ਚੇਤਾ ਰੱਖਿਓ ਉਹਨਾਂ ਨੇ ਮੈਨੂੰ ਹੈਦਰਾਬਾਦ ਦੇ ਰਾਜੇ ਤੋਂ ਬਚਾ ਲਿਆ, ਲੋਕਾਂ ਤੋਂ ਵੀ ਬਚਾ ਲਿਆ। ਪਰ ਬਚਾਉਣ ਤੋਂ ਬਾਅਦ ਨਾ, ਉਸ ਤੋਂ ਬਾਅਦ ਕੀ ਹੁੰਦਾ, ਆਪਾਂ ਕਿਸੇ ਦੀ ਹੈਲਪ ਕਰ ਦਈਏ, ਬੰਦਾ ਉਦੋਂ ਬਾਅਦ ਖਹਿੜਾ ਛੱਡ ਦਿੰਦਾ, ਰੱਸਾ ਲਾ ਦਿੰਦਾ ਵੀ ਜਾ ਹੁਣ ਜਿਵੇਂ ਮਰਜ਼ੀ ਕਰ। ਪਰ ਕਹਿੰਦਾ ਉਦੋਂ ਬਾਅਦ ਵੀ ਮੇਰਾ ਖਹਿੜਾ ਨਹੀਂ ਛੱਡਿਆ, ਮੈਨੂੰ ਚੱਕ ਕੇ ਉੱਥੇ ਬਹਾਤਾ ਰੱਬ ਰੂਪੀ ਸ਼ੇਰ ਨੇ। ਕਿੱਥੇ? ਜਿੱਥੋਂ ਮੈਨੂੰ ਕੋਈ ਹਿਲਾ ਨਾ ਸਕੇ। ਆ ਗਈ ਸ਼ੇਰ ਦੀ ਸ਼ਰਨ, ਗੁਰੂ ਦੀ ਸ਼ਰਨ, ਰੱਬ ਦੀ ਸ਼ਰਨ। ਇੰਨਾ ਮਾਣ ਬਖਸ਼ਦਾ ਗੁਰੂ ਰੱਬ, ਹਾਂ ਇੰਨਾ ਮਾਣ ਹੀ ਬਖਸ਼ਦਾਗਾ, ਪਰ ਅਸੀਂ ਮਾਣ ਲੈਣ ਜੋਗੇ ਨਹੀਂ। ਇਹ ਵੀ ਕਹਿ ਸਕਦੇ ਆ ਨਾ, ਅਸੀਂ ਸਤਿਕਾਰ ਕਰਾਉਣ ਯੋਗ ਨਹੀਂ। ਇੱਕ ਵੀਰ ਕਹਿੰਦਾ ਨਾ, ਲੈ ਮੇਰਾ ਸਤਿਕਾਰ ਨਹੀਂ ਕਰਦਾ ਕੋਈ, ਤੂੰ ਲਾਇਕ ਹੀ ਨਹੀਂ ਹੈ ਸਤਿਕਾਰ ਕਰਾਉਣ ਦੇ। ਜੇ ਲਾਇਕ ਹੋਊਗਾ ਫੇਰ ਹੀ ਅਗਲਾ ਹੱਥ ਜੋੜ ਕੇ ਫਤਿਹ ਬੁਲਾਊ ਨਾ। ਹੁਣ ਭਗਤ ਸਧਣਾ ਜੀ ਕਹਿੰਦੇ ਮੈਨੂੰ ਮੇਰੇ ਵਾਹਿਗੁਰੂ ਨੇ, ਰੱਬ ਰੂਪੀ ਸ਼ੇਰ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹਾਤਾ। ਫਿਰ ਉੱਥੇ ਆ ਸ਼ਬਦ ਲਿਖਿਆਗਾ, ਅੰਗ ਨੰਬਰ ਆਪਾਂ ਸਾਰਿਆਂ ਨੇ ਪੜਿਆਗਾ ਨਾ, 858 ਤੇ ਸ਼ਿਸ਼ੋਭਤਾ, ਚੇਤਾ ਰੱਖਿਓ। ਫਿਰ ਭਗਤ ਜੀ ਕਹਿੰਦੇ ਨੇ, ਤਬ ਗੁਣ ਕਹਾਂ ਜਗਤ ਗੁਰਾ। ਐ ਮੇਰੇ ਜਗਤ ਦੇ ਈਸ਼ਵਰ, ਮੇਰੇ ਜਗਤ ਦੇ ਪਾਲਣਹਾਰੇ ਗੁਰੂ ਜੀ, ਮੈਂ ਕਿਹੜੇ ਕਿਹੜੇ ਤੇਰੇ ਗੁਣਾਂ ਦੀ ਗੱਲ ਕਰਾਂ। ਬਸ ਮੈਨੂੰ ਹੁਣ ਸਾਰੀ ਸਮਝ ਆ ਗਈ। ਮੈਂ ਕਸਾਈ ਪੁਣਾ ਛੱਡਤਾ, ਕਸਾਈ ਪੁਣਾ ਨਹੀਂ ਛੱਡਿਆ, ਮੈਂ ਦੁਨੀਆ ਦੇ ਲੋਕਾਂ ਨੂੰ ਵੀ ਛੱਡਤਾ। ਮੈਂ ਹੈਦਰਾਬਾਦ ਦੇ ਲੋਕਾਂ ਦਾ ਵੀ ਰੱਸਾ ਲਾਹਿਆ। ਮੇਰਾ ਕੋਈ ਨਹੀਂ ਹੈ ਹੁਣ। ਤੂੰ ਹੀ ਮਾਂ, ਤੂੰ ਹੀ ਪਿਓ, ਤੂੰ ਹੀ ਭੈਣ, ਤੂੰ ਹੀ ਭਰਾ, ਸਭ ਕੁਝ ਤੂੰ ਹੀ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ। ਸਭ ਨਹੀਂ ਥਾਈ, ਉਹ ਥਾਈ ਨਹੀਂ ਹੈ ਜਿੱਥੇ ਤੂੰ ਮੇਰੀ ਰਾਖੀ ਨਾ ਕਰੇ। ਸ਼ੇਰ ਦੀ ਸ਼ਰਨ ਹੈ।
ਤੇ ਵਾਹਿਗੁਰੂ ਭਲਾ ਕਰੇ। ਅੱਜ ਸ਼ੇਰ ਦੀ ਸ਼ਰਨ ਵਿੱਚ ਰਹਿ ਕੇ ਅਸੀਂ ਡਰ ਰਹੇ ਹਾਂ, ਸ਼ੇਰ ਦੀ ਸ਼ਰਨ ਵਿੱਚ ਰਹਿ ਕੇ ਅਸੀਂ ਭੱਜੇ ਫਿਰਦੇ ਹਾਂ, ਸ਼ੇਰ ਦੀ ਸ਼ਰਨ ਵਿੱਚ ਰਹਿ ਕੇ ਅਸੀਂ ਆਪੋ ਧਾਪੀ ਹੋਏ ਪਏ ਹਾਂ, ਸ਼ੇਰ ਦੀ ਸ਼ਰਨ ਵਿੱਚ ਰਹਿ ਕੇ ਸਾਡੀ ਜ਼ਿੰਦਗੀ 'ਚੋਂ ਸਾਨੂੰ ਵਿਸ਼ਵਾਸ ਹੀ ਖਤਮ ਹੋ ਗਿਆ ਵੀ ਆਹ ਸ਼ੇਰ ਸਾਨੂੰ ਬਚਾ ਲੂਗਾ, ਬਚਾਊਗਾ, ਗਰੰਟੀ ਆ। ਪਰ ਥੋੜੀ ਜੀ ਆਸ, ਵਿਸ਼ਵਾਸ, ਯਕੀਨ ਹੋਣਾ ਜ਼ਰੂਰੀ ਆ। ਤਬ ਗੁਣ ਕਹਾਂ ਜਗਤ ਬੁਰਾ, ਜੋ ਕਰਮ ਨਾ ਨਾਸੈ। ਤੇ ਫਿਰ ਮੈਨੂੰ ਨਾ ਤੇਰੀ ਸ਼ਰਨ ਵਿੱਚ ਆ ਕੇ ਮੇਰੇ ਪਿਛਲੇ ਕਰਮ ਨੇ ਜਿਹੜੇ ਉਹ ਨਾਸ ਹੋ ਜਾਂਦੇ ਨੇ। ਜਿਵੇਂ ਨਾ ਕੁਛ ਵਕਤ ਆਪਾਂ ਪਿੱਛੇ ਆਪਣੇ ਧਿਆਨ ਨੂੰ ਲੈ ਕੇ ਜਾਈਏ, ਤਕਰੀਬਨ ਜਿੰਨੇ ਆਪਾਂ ਬੈਠੇ ਸੁਣ ਰਹੇ ਆ ਨਾ, ਸਾਰਿਆਂ ਨੇ ਉਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਅਪਣਾਇਆ ਗਾ, ਫੱਟੀ ਨੂੰ। ਤੇ ਉਹ ਫੱਟੀ ਤੋਂ ਅੱਖਰ ਮਿਟਾਏ ਜਾਂਦੇ ਸੀ, ਕਾਲੀ ਸ਼ਾਹੀ ਨਾਲ ਜੋ ਲਿਖੇ ਗਏ ਨਾ ਉਹਨਾਂ ਨੂੰ ਧੋਤਾ ਜਾਂਦਾ ਸੀ, ਮਿਟਾਇਆ ਜਾਂਦਾ ਸੀਗਾ। ਫਿਰ ਫੱਟੀ ਨੂੰ ਪੋਚਿਆ ਜਾਂਦਾ ਸੀ ਤੇ ਫਿਰ ਉਹਦੇ ਤੇ ਅੱਖਰ ਨਵੇਂ ਉਕਰੇ ਜਾਂਦੇ ਸਨ। ਗੁਰੂ ਕੋਲੇ ਆ ਤਾਕਤ ਆ, ਇਹ ਪੁਰਾਣੇ ਅੱਖਰ ਮਿਟਾ ਦਿੰਦਾਗਾ। ਆਪਾਂ ਤਾਂ ਦੁਨੀਆ ਦੇ ਵਿੱਚ ਰਹਿੰਦੇ ਕਹਿੰਦੇ ਆ ਨਾ ਜੀ, ਸਾਡੇ ਵਿਆਹ ਮਾਤਾ ਨੇ ਜੋ ਅੱਖਰ ਲਿਖਤੇ ਉਹ ਮਿਟਦੇ ਨਹੀਂ ਕਿਸੇ ਤੋਂ। ਸੱਚ ਆ, ਆਪਾਂ ਲਫ਼ਜ਼ ਵਰਤਿਆ ਕਿਸੇ ਤੋਂ ਮਿਟਦੇ ਨਹੀਂ, ਇਹ ਬਿਲਕੁਲ ਸੱਚ ਆ। ਪਰ ਚੇਤਾ ਰੱਖਿਓ, ਜਿਹਨੇ ਲਿਖੇ ਨੇ ਉਹ ਮਿਟਾ ਸਕਦਾ, ਜਿਹਨੇ ਲਿਖੇ ਆ ਨਾ ਉਹ ਮਿਟਾ ਸਕਦਾ। ਜਿਵੇਂ ਆਪਾਂ ਛੇਵੇਂ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਸੁਣਦੇ ਹੁੰਦੇ ਆ ਨਾ ਵੀ ਮਾਤਾ ਸੁਲੱਖਣੀ ਜੀ ਆਈ ਆ, ਵਾਹਿਗੁਰੂ ਭਾਗ ਭਰੀ ਜੀ ਕੀ ਕਹਿੰਦੀ ਆ, ਕਹਿੰਦੀ ਦਾਤਿਆ ਪੁੱਤਰ ਚਾਹੀਦਾ। ਚਲੋ ਉਹ ਸਾਖੀ ਤੁਸੀਂ ਸਾਰਿਆਂ ਨੇ ਸੁਣੀ ਹੈ, ਵਿੱਚੋਂ ਇੱਕ ਹਿੰਟ ਆ। ਪਾਤਸ਼ਾਹ ਕਹਿੰਦੇ ਨਹੀਂ, ਮਾਲਕ ਭਲੀ ਕਰੇ, ਅਜੇ ਤੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਨਹੀਂ ਹੈ। ਉਹ ਵਿਚਾਰੀ ਮੁੜ ਗਈ। ਫਿਰ ਭਾਈ ਗੁਰਦਾਸ ਨੇ ਤਰੀਕਾ ਕੀ ਦੱਸਿਆ, ਇੱਕ ਤਾਂ ਕਲਮ ਲੈ ਜੀ, ਇੱਕ ਸਿਆਹੀ ਲੈ ਜੀ, ਤੇ ਜਦੋਂ ਗੁਰੂ ਸਾਹਿਬ ਅੰਦਰੋਂ ਆਉਣਗੇ ਨਾ ਤੇ ਤੂੰ ਦਰਵਾਜ਼ੇ ਤੇ ਰਸਤੇ 'ਚ ਰੁਕ ਜੀ, ਖੜ ਜੀ। ਤੇ ਜਦੋਂ ਸਤਿਗੁਰਾਂ ਨੇ ਬੇਨਤੀ ਕੀਤੀ ਵੀ ਤੇਰੇ ਕਰਮਾਂ 'ਚ ਹੈ ਨਹੀਂ, ਤੇ ਉੱਥੇ ਬੇਨਤੀ ਕਰਨੀ ਆ, ਪਹਿਲਾਂ ਵੀ ਲਿਖਣ ਵਾਲਾ ਤੂੰ ਸੀ ਤੇ ਅੱਜ ਵੀ ਲਿਖਣ ਵਾਲਾ ਤੂੰ ਹੀ ਆ ਨਾ। ਉਹ ਤੋਂ ਸਾਨੂੰ ਯਕੀਨ ਹੁੰਦਾ ਵੀ ਵਾਕਈ ਸੱਚ ਆ। ਜਦੋਂ ਸਾਨੂੰ ਮੰਗਣ ਦੀ ਜੁਗਤੀ ਆ ਗਈ ਨਾ ਤੇ ਫਿਰ ਬੰਦਾ ਬਹੁਤ ਸੁਖਾਲੇ ਢੰਗ ਨਾਲ ਮੰਗ ਲੈਂਦਾ। ਆਪਾਂ ਆਰੰਭਤਾ ਵੀ ਇੱਥੋਂ ਕੀਤੀ ਸੀਗੀ ਵੀ ਕਿਸੇ ਭਗਤ ਨੇ ਕਿੱਦਾਂ ਗੁਰੂ ਪਰਮਾਤਮਾ ਨਾਲ ਗੱਲਾਂ ਕੀਤੀਆਂ, ਕਿਸੇ ਨੇ ਕਿਵੇਂ ਗੱਲਾਂ ਕੀਤੀਆਂ। ਕੋਈ ਕਿਵੇਂ ਗੱਲਾਂ ਕਰਦਾ ਨਾ, ਕੋਈ ਕਿਵੇਂ ਗੱਲਾਂ ਕਰਦਾਗਾ ਰੱਬ ਨਾਲ, ਪਰਮਾਤਮਾ ਨਾਲ। ਕੋਈ ਕਹਿੰਦਾ ਰੱਬ ਮੇਰੇ ਨਾਲ ਰੁੱਸੀ ਜਾਂਦਾਗਾ। ਜਾਣੀ ਕਿ ਉਹਨਾਂ ਦੇ ਗੱਲਾਂ ਕਰਨ ਦੇ ਲਹਿਜੇ ਨੇ। ਭਾਈ ਗੁਰਦਾਸ ਨੇ ਤਰੀਕਾ ਦੱਸਦਾ। ਇੱਥੇ ਅਸੀਂ ਵੀ ਕਹਿ ਸਕਦੇ ਹਾਂ ਦਾਤਿਆ ਵੀ ਤੂੰ ਅੱਖਰ ਲਿਖਣ ਵਾਲਾ ਵੀ ਆਪ ਆ ਤੇ ਅੱਖਰ ਮਿਟਾਉਣ ਵਾਲਾ ਵੀ ਆਪ ਆ। ਜੇ ਤਾਂ ਕਿਸੇ ਹੋਰ ਦੀ ਡਿਊਟੀ ਹੋਵੇ ਨਾ ਫਿਰ ਤਾਂ ਅਸੀਂ ਮੰਨ ਲਈਏ ਵੀ ਸਾਡੇ ਉਹ ਆਖੇ ਨਹੀਂ ਲੱਗਦਾ, ਪਰ ਇੱਥੇ ਤਾਂ ਅਸੀਂ ਕਿਸੇ ਨੂੰ ਕਹਿ ਹੀ ਨਹੀਂ ਸਕਦੇ ਸਾਰੇ ਕੰਮ ਤੂੰ ਹੀ ਕਰਨ ਵਾਲਾ। ਜੇ ਤੂੰ ਮਾੜੇ ਅੱਖਰ ਲਿਖੇ ਸੀ ਉਹਨਾਂ ਨੂੰ ਮਿਟਾ ਦੇ ਤੇ ਚੰਗੇ ਲਿਖ ਦੇ, ਤੇ ਜੇ ਚੰਗੇ ਲਿਖੇ ਨੇ ਸ਼ਾਬਾਸ਼, ਸ਼ੁਕਰ ਆ ਤੇਰਾ। ਹੁਣ ਇੱਥੇ ਭਗਤ ਜੀ ਜ਼ਿਕਰ ਕਰਦੇ ਨੇ, ਕਹਿੰਦੇ ਫਿਰ ਉਹ ਗੁਰੂ ਰੱਬ ਰੂਪੀ ਸ਼ੇਰ ਦੀ ਮੈਂ ਸ਼ਰਨ ਵਿੱਚ ਜਾ ਕੇ ਨਾ ਆਪਣੇ ਪਿਛਲੇ ਸਾਰੇ ਅੱਖਰ ਢਵਾਤੇ, ਕਹਿ ਕੇ ਮਿਟਾਤੇ। ਆ ਫੱਟੀ ਤੋਂ ਨਾ ਧੋ ਦੇ, ਦਿਮਾਗ ਰੂਪੀ ਫੱਟੀ ਤੋਂ ਨਾ ਪਿਛਲੇ ਕਰਮ ਨਾਸ ਹੋ ਗਏ ਮੇਰੇ। ਤੇ ਪੰਜ ਪਿਆਰੇ ਆਪਾਂ ਨੂੰ ਅੰਮ੍ਰਿਤ ਛਕਾਉਣ ਵੇਲੇ ਕਹਿੰਦੇ ਵੀ ਨਾ ਅੱਜ ਤੋਂ ਬਾਅਦ ਤੁਹਾਡੀ ਕੁਲ ਨਾਸ ਜਿਹੜੀ ਪਿਛੋਕੜ ਵਾਲੀ ਸੀ, ਤੁਹਾਡੇ ਕਰਮ ਨਾਸ, ਇਹ ਤੁਹਾਡੇ ਨਾਸ ਹੋ ਗਏ ਤੇ ਹੁਣ ਨਵਾਂ ਕਰਮ ਸ਼ੁਰੂ ਹੋ ਗਿਆ, ਨਵੀਂ ਕੁਲ ਸ਼ੁਰੂ ਹੋ ਗਈ। ਤੇ ਇਵੇਂ ਜਿਵੇਂ ਭਗਤ ਜੀ ਕਹਿੰਦੇ ਉਹ ਰੱਬ ਰੂਪੀ ਸ਼ੇਰ ਨੇ ਮੇਰੀ ਜ਼ਿੰਦਗੀ ਦੇ ਸਾਰੇ ਅੱਖਰ ਢਾਤੇ। ਪਹਿਲਾਂ ਵਾਲੇ, ਪਹਿਲਾਂ ਕਰਦਾ ਸੀ ਮੈਂ ਕਸਾਈ ਸੀ, ਪਹਿਲਾਂ ਤਾਂ ਬੱਕਰੇ ਵੜਦਾ ਸੀ ਨਾ, ਮੇਰਾ ਇਦਾਂ ਦਾ ਜੀਵਨ ਸੀ। ਪਰ ਅੱਜ ਉਹ ਮੇਰੇ ਜੀਵਨ ਦੇ ਵਿੱਚੋਂ ਸਾਰੀ ਤਰਤੀਬ ਖਤਮ ਹੋ ਗਈ ਤੇ ਹੁਣ ਮੈਂ ਰੱਬ ਦਾ ਪਿਆਰਾ ਹੋ ਗਿਆ। ਹੁਣ ਮੈਨੂੰ ਡਰ ਲੱਗਣੋਂ ਹਟ ਗਿਆ, ਹੁਣ ਮੈਂ ਕਿਸੇ ਤੋਂ ਘਬਰਾਉਣੋਂ ਹਟ ਗਿਆ। ਭਾਵੇਂ ਕੋਈ ਸਾਲਗ੍ਰਾਮ ਪੂਜਣ ਵਾਲਾ ਤੇ ਭਾਵੇਂ ਕੋਈ ਮਸਜਿਦ ਮੰਦਰ ਜਾਣ ਵਾਲਾ, ਕਿਤੇ ਜਾਣ ਵਾਲਾ ਗਾ, ਮੈਨੂੰ ਕਿਸੇ ਤੋਂ ਕੋਈ ਡਰ ਨਹੀਂ ਲੱਗਦਾ। ਮੇਰੇ ਅੰਦਰ ਇੱਕੋ ਹੀ ਭਾਵਨਾ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਬਸ ਆਹੀ ਭਾਵਨਾ ਬਣ ਗਈ। ਫਿਰ ਪਾਤਸ਼ਾਹ ਕਹਿੰਦੇ ਨੇ ਸਿੰਘ ਸਰਨ ਕਤ ਜਾਈਏ ਜੋ ਜੰਬਕ ਗ੍ਰਸ ਹੈ। ਫਿਰ ਸ਼ੇਰ ਦੀ ਸ਼ਰਨ ਵਿੱਚ ਆਉਣ ਦਾ ਫਾਇਦਾ ਕੀ, ਜੇ ਗਿੱਦੜ ਹੀ ਡਰਾ ਜਾਵੇ, ਜੇ ਗਿੱਦੜ ਹੀ ਖਾ ਜਾਵੇ। ਰਹਾਓ ਅੱਗੇ
ਨਿਰਪ ਕੰਨਿਆ ਕੈ ਕਾਰਨੈ। ਨਿਰਪ ਕੰਨਿਆ ਕੇ ਕਾਰਨੈ। ਨਿਰਪ ਤੋਂ ਭਾਵ ਰਾਜਾ, ਕੰਨਿਆ ਤੋਂ ਭਾਵ ਲੜਕੀ, ਕਾਰਨ ਹੈ ਇੱਕ ਭਇਆ ਭੇਖ ਧਾਰੀ, ਮਾੜੀ ਸੋਚ ਦੇ ਅਧੀਨ, ਜਿਹਨੇ ਪਰਜਾ ਨੂੰ ਸੰਭਾਲਣਾ ਸੀ ਉਹ ਵੀ ਗਲਤ ਕੰਮਾਂ 'ਚ ਪੈ ਗਿਆ। ਪਰ ਬਖਸ਼ਣ ਵਾਲਾ ਤੂੰ ਆਪ ਹੈ, ਤੂੰ ਬਖਸ਼ ਦੇਣਾ ਹੈ। ਨਾਲ ਆਹ ਗੱਲ ਕਹੀ ਆ ਕੀ ਕਹਿੰਦੇ ਨੇ, ਨਿਰਪ ਕੰਨਿਆ ਕੈ ਕਾਰਨ ਹੈ ਇੱਕ ਭਇਆ ਭੇਖ ਧਾਰੀ। ਤੇ ਅੱਗੇ ਕੀ ਕਿਹਾਗਾ, ਕਾਮਾਰਥੀ। ਫਿਰ ਕਹਿੰਦੇ ਨੇ ਸਵਾਰਥੀ ਬਾਕੀ ਪੈਜ ਸਵਾਰੀ। ਕਹਿੰਦੇ ਪਾਤਸ਼ਾਹ ਬੰਦਾ ਉਹ ਦੁਨੀਆ ਦੇ ਵਿੱਚ ਰਾਜਾ ਸੀ, ਇੱਕ ਤਕੜਾ ਸੀ, ਇੱਕ ਨੁਮਾਇੰਦਾ ਸੀ ਮੌਕੇ ਦਾ, ਜੀ ਤੋਂ ਲੋਕਾਂ ਨੂੰ ਆਸ ਸੀ, ਉਹ ਬੰਦਾ ਸੀ ਵੀ ਚੰਗੇ ਕੰਮ ਕਰੂਗਾ। ਪਰ ਉਹੀ ਕਾਮ ਵਾਸ਼ਨਾ ਦੇ ਵਿੱਚ ਫਸ ਗਿਆ, ਉਹੀ ਫਸ ਗਿਆ ਨਾ। ਤੇ ਹੁਣ ਸਤਿਗੁਰੂ ਪਾਤਸ਼ਾਹ ਤੂੰ ਮਿਹਰ ਕਰ, ਜਿਹੜਾ ਕਾਮਾਰਥੀ ਕਾਮ ਵਾਸ਼ਨਾ ਵਿੱਚ ਫਸ ਗਿਆ, ਸਵਾਰਥੀ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਲੋਭ ਲਾਲਚ ਦੇ ਅਧੀਨ ਹੋ ਕੇ ਵਾਕਾ ਪੈਜ ਸਵਾਰੀ, ਤੇ ਤੂੰ ਮਿਹਰ ਕਰੇਗਾ ਨਾ ਉਹਦੀ ਇੱਜ਼ਤ ਬਚਾ ਸਕਦਾ ਹੈ। ਇਹ ਸੱਚਾ ਗੁਰੂ ਬਚਾ ਲੈਂਦਾਗਾ। ਫਿਰ ਆਪਾਂ ਨੌਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਨਾ, ਅਜਾਮ ਮਲ ਪਾਪੀ, ਉਹ ਵੀ ਚਲੋ ਇੱਥੇ ਕੀ ਲਫ਼ਜ਼ ਉਹਨਾਂ ਲਈ ਆਪਾਂ ਵਰਤ ਗਏ ਵੀ ਇੰਨਾ ਕੁ ਕਰੈਕਟਰ ਦੇ ਪੱਖ ਤੋਂ ਗਿਰਿਆ ਹੋਇਆ ਸੀ, ਜਿਹਦਾ ਲੇਖਾ ਜੋਖਾ ਹੋਣਾ ਕਿਸੇ ਵੀ ਕਾਰਨ ਕੱਟਿਆ ਨਹੀਂ ਸੀ ਜਾਂਦਾਗਾ। ਉਹਨੂੰ ਬਖਸ਼ਣਾ ਨਾ ਬਹੁਤ ਦੂਰ ਦੀ ਗੱਲ ਸੀ, ਉਹਨੂੰ ਮਾਫ ਕਰਨਾ। ਪਰ ਉਹ ਪਰਮਾਤਮਾ ਦੇ ਕੋਲ ਨਾ ਇੱਕ ਵਿਧੀ ਆ, ਆਪਾਂ ਕੱਲ ਵੀ ਸੁਣਿਆ ਸੀਗਾ, ਪਰਮਾਤਮਾ ਕੋਲ ਇੱਕ ਰੱਬ ਕੋਲ ਤਰੀਕਾ ਹੈਗਾ। ਉਹ ਤਰੀਕੇ ਦੇ ਤਹਿਤ ਜੇ ਬੰਦਾ ਆਪਣੀ ਜ਼ਿੰਦਗੀ ਦਾ ਮਾਰਗ ਸ਼ੁਰੂ ਕਰ ਦੇਵੇ, ਬਚ ਜਾਂਦਾ। ਗਲਤੀਆਂ ਦਾ ਅਹਿਸਾਸ ਕਰੇ, ਆਪਣੀ ਗਲਤੀ ਨੂੰ ਆਪਣੇ ਹੀ ਅੰਦਰ ਵੇਖਣ ਦਾ ਯਤਨ ਕਰੇ। ਨਹੀਂ, ਸਭ ਤੋਂ ਵੱਡੀ ਬੰਦੇ ਦੀ ਇਹ ਕਮਜ਼ੋਰੀ ਹੈ, ਬੰਦਾ ਆਪਣੀ ਗਲਤੀ ਆਪ ਦੇਖਦਾ ਨਹੀਂ। ਦੂਜਿਆਂ ਦੀਆਂ ਗਲਤੀਆਂ ਤਾਂ ਅਸੀਂ ਬਹੁਤ ਕੱਢਦੇ ਆ ਨਾ, ਆਪਣੀ ਗਲਤੀ ਨਹੀਂ ਵੇਖਦਾ ਬੰਦਾ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜਾ ਗਰੀਬਾਨ ਮੈਂ ਸਿਰਨੀਵਾ ਕਰ, ਆਪਣੇ ਵੱਲ ਸਿਰਨੀਵਾ ਕਰਕੇ ਨਹੀਂ ਵੇਖਦਾਗਾ। ਪਰ ਅਜਾਮਲ ਭਾਵੇਂ ਸੀ ਘਟੀਆ ਕਰੈਕਟਰ ਤੋਂ ਗਿਰਿਆ ਹੋਇਆ, ਪਾਪੀ ਵਿਰਤੀ ਦਾ, ਪਰ ਉਹਨੇ ਨਾ ਉਸ ਪਰਮੇਸ਼ਰ ਪਰਮਾਤਮਾ ਦੇ ਹੁਕਮ ਵਿੱਚ ਰਹਿੰਦਿਆਂ ਹੋਇਆਂ ਰੱਬ ਦੇ ਪਿਆਰੇ ਤੋਂ, ਕਿਸੇ ਦਾਨੇ ਪੁਰਖ ਤੋਂ ਰੱਬੀ ਬੋਲ ਸੁਣ ਕੇ, ਰੱਬੀ ਬੋਲ ਕੀ ਹੈ, ਚੰਗੀਆਂ ਗੱਲਾਂ ਸੁਣ ਕੇ ਆਪਣੇ ਪੁੱਤ ਦਾ ਨਾਮ ਨਰੈਣ ਵੀ ਰੱਖਿਆ। ਤੇ ਨਰੈਣ ਕਹਿੰਦਾ ਇੱਕ ਦਿਨ ਅਹਿਸਾਸ ਕਰ ਬੈਠਾ ਵੀ ਮੈਂ ਸੱਚ ਜਾਣਿਓ ਆਪਣੇ ਪੁੱਤ ਨੂੰ ਆਵਾਜ਼ਾਂ ਨਹੀਂ ਮਾਰਦਾ, ਮੈਂ ਰੱਬ ਨੂੰ ਆਵਾਜ਼ਾਂ ਮਾਰਦਾ। ਉਹਨੂੰ ਆਪਣੀਆਂ ਗਲਤੀਆਂ ਦਿਸਣ ਲੱਗ ਗਈਆਂ, ਆਪਣੀ ਜ਼ਿੰਦਗੀ 'ਚ ਲੱਗੇ ਹੋਏ ਧੱਬੇ ਦਿਸਣ ਲੱਗ ਗਏ। ਸਾਡੀ ਕਮਜ਼ੋਰੀ ਕੀ ਹੈ, ਸਾਨੂੰ ਸਾਡੀ ਜ਼ਿੰਦਗੀ ਦੇ ਦਾਗ ਨਹੀਂ ਦੀਂਦੇ। ਮੈਂ ਕਰੈਕਟਰ ਤੋਂ ਗਿਰਿਆ ਹੋਇਆ, ਮੈਨੂੰ ਦੀਂਦੇ ਹੀ ਨਹੀਂ ਗਾ। ਮੈਂ ਚੋਰ ਆ, ਮੈਨੂੰ ਦੀਂਦਾ ਨਹੀਂ। ਮੈਂ ਬੇਈਮਾਨ ਆ, ਮੈਨੂੰ ਦੀਂਦਾ ਨਹੀਂ। ਲੋਕਾਂ ਨੂੰ ਪਤਾ ਮੈਂ ਕੀ ਆ, ਮੈਨੂੰ ਨਹੀਂ ਪਤਾ ਲੱਗਦਾ। ਬੰਦੇ ਦੀ ਸਭ ਤੋਂ ਵੱਡੀ ਕਮਜ਼ੋਰੀ ਆਹੀ ਆ। ਤੇ ਬੰਦਾ ਦੂਜਿਆਂ ਦੇ ਔਗਣ ਜ਼ਰੂਰ ਦੱਸਦਾ, ਇਹਦੇ 'ਚ ਆਹ ਔਗਣ ਆ, ਇਹਦੇ 'ਚ ਆ, ਇਹਦੇ 'ਚ ਆ, ਇਹਦੇ 'ਚ ਆ। ਕਹਿੰਦੇ ਕਿਸੇ ਸਿਆਣੇ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਕਿਸੇ ਦੇ ਔਗਣ ਦੱਸਣੇ ਬਹੁਤ ਵਧੀਆ ਗੱਲ ਆ। ਕਿਸੇ ਦੇ ਔਗਣ ਨਾ ਦੱਸਣੇ, ਜਾਣੀ ਕਿ ਕਿਸੇ ਦੇ ਕੱਪੜਿਆਂ ਤੇ ਲੱਗੇ ਹੋਏ ਦਾਗ ਨੂੰ ਦੱਸਣਾ ਵੀ ਆ ਤੇਰੇ ਕੱਪੜੇ ਦਾਗੀ ਹੋਏ ਪਏ ਨੇ। ਕਹਿੰਦੇ ਪਰ ਇੱਕ ਕੰਮ ਕਰੀ, ਕਿਸੇ ਨੂੰ ਦੱਸਣ ਤੋਂ ਪਹਿਲਾਂ ਆਪਣੇ ਵੱਲ ਨਿਗਾਹ ਮਾਰ ਲਈ। ਸ਼ੁਰੂਆਤ ਆਪਣੇ ਤੋਂ ਕਰ ਲਾ। ਪਹਿਲਾਂ ਆਪਣੇ ਔਗਣ
आप कढ़न लग जा। मेरे चा भी औगुण मेरे चा भी आ। ये गुरु साहिबाना ने तां कहता, बाणी च लिखता, हम मूर्ख की केतक बात है, कहता ना, हम अपराधी गुणहागार हों बेमुख मंदा। लिखता ना पातशाह ने बाणी च, भाई गुरदास ने लिखिया गा, हम अवगुण भरे, लिखता। पर बंदा नहीं कहता भी मैं अवगुण दा भरिया, ना 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 ना, मेरे वर्गा दुध धोता तुहानू किते भी नहीं मिलना। ये तो मैं ही कल्ला, सारे पिंड चों सियाणा होर नहीं कोई है। मेरी भावना है, वाहिगुरू भला करे। ये गुरु साहब कहते साडे जीवन की बहुत वड्डी कमजोरी आ, बंदे नूं आपदियां गलतियां दींदियां नहीं। अख दे विच बहुत वड्डी कमजोरी आ, किहड़ी? अख दूजियां दी अख चों कण कढ दिंदी आ, पर अख अपने आप चों कण नहीं कढ सकदी। दूजियां दी अख चों रेता रावा मिट्टी घट्टा कढदी है ना, आपां कहने कण कढा लिया, पर जे साडी अख च कण पै जे सानू कढना मुश्किल आ, इनू दींदा भी नहीं। साडी अख च पिया कण साडी अख नू नहीं दींदा, दूजे दी अख च पिया कण साडी अख नू दिख जांदा गा। गुरु साहब कहंदे बस गलतियां कढ, शुरू अपने तो कर, फिर जिंदगी बदलू। अजामल वर्गिਆਂ ਦੇ ਵਿੱਚ ਉਹ ਕਿਹੜਾ ਗੁਣ ਸੀ ਜਿਹੜੇ ਗੁਣ ਕਰਕੇ ਉਹ ਬਖਸ਼ੇ ਗਏ? ਨਹੀਂ ਤਾਂ ਬਖਸ਼ਣ ਯੋਗ ਹੈ ਨਹੀਂ ਸੀ। ਬਸ ਆਹੀ ਗੁਣ ਸੀ, ਉਹਨਾਂ ਨੇ ਆਪਣੀਆਂ ਗਲਤੀਆਂ ਆਪ ਵੇਖ ਲਈਆਂ। ਵੇਖਣ ਤੋਂ ਬਾਅਦ ਯਤਨ ਕੀਤਾ, ਕਹਿੰਦੇ ਧੋ ਵੀ ਲੈ, ਤੇ ਨਾਲ ਨਾਲ ਕਹਿਣਾ ਕਿ ਸ਼ੁਰੂ ਕਰ ਦਿੱਤਾ, ਅਸੀਂ ਪਾਪੀ ਆ। ਅਜਾਮਲ ਪਾਪੀ ਜਗ ਜਾਣੈ। ਜੇ ਤੈਨੂੰ ਲੋਕ ਪਾਪੀ ਕਹਿੰਦੇ ਆ ਨਾ, ਤੇ ਸੱਚੀ ਮੁੱਚੀ ਤੂੰ ਪਾਪੀ ਆ। जे लोग कहते ने जे तू पापी है ना, सच्ची मिची पापी आ, अपने पापा नू धो। ते नहीं कुदरती गल आ, बाणी च भी पातशाह ने लिखिया, पाप बुरा पापी को प्यारा। कहंदे पाप है तां बुरा, पर पापी बंदे नू चंगा लगदा गा, ओनू स्वाद लगदा। चुगली लिंदा है तां माड़ी ना, पर जेड़े बंदे नू आदत बन जे ओनू स्वाद लगदी आ। हुण किसी दी गलतियां कढणियां है तां माड़ियां, पर अपने तो ना शुरू करनियां, ये आदत बन गई, फिर मिठियां लगन लग गईयां। यही गल्लां भगत सधना जी कहंदे ना, फिर ये जगत दी एक ऐसी तस्वीर आ, जिहड़ी तस्वीर नूं गुरु पातशाह जी कहंदे ना, तूं इउं ठीक कर सकदांगा, अपने औगण आप धोण दी कोशिश कर, यतन कर। फिर पातशाह लिखते ने, कहते तू अपने आप नूं सवार पाई। अजामल पापी जग जानै, निमक माहे निस्तारे दी गल कीती आ। इत्थे आपां बचन पढ़िया सी, एक बूंद जल कारणे चातरक दुख पावै। कहंदे फिर पपीहा गा, जिन्हों आपां बंबीहा कह दिंदे आ, छोटा जा जीव आ, एक पंछी आ, ओह ना बेचारा शवंती बूंद नूं तरसदा, बिलकदा 24 घंटे, चातरक दुख पावै। फिर अगे कहते ने, प्राण गए सागर मिलै, फुन काम ना आवे। जे चातरक बूंद, चातरक नूं ना, उस पपीहे नूं बूंद, शवंती बूंद ना मिले, कहंदे आखिरकार ना अपने प्राण छड्ड जांदा, मर जांदा। भगत सधना जी कहंदे ना, मेरी भी आही अवस्था बन गई। जे तां शेर रूपी गुरु दी शरण मिल गई ना, फिर तां मेरा जीवना बहुत वधिया, ते जे ना मिली मैं मर जूंगा। इन्ना प्यार बन गया रब नाल। जे ना रब दा मिलाप होया ना, गुरु दा मिलाप होया, मैं मर जूंगा। रोज आपां पढ़दे ना, आखां जीवां बिसरै मर जाऊं। जे मैं कहंदा हां, जपदा हां, ध्याउंदा हां, याद करदा हां, तां जिउंदा। ते जे मैं रब दी बंदगी नालों, रब दी याद नालों टुट गया, फिर मैं मर गया। भगत सधना जी कहंदे मेरा भी सुभाअ आही बन गया सी। जे तां मैं रब नूं मालक नूं याद करदा, फिर तां मैं जिउना, ते नहीं मैं भाई मर जांदा हां। आखां जीवां, आखदा हां जिउंदा हां, नहीं मर जाऊंगा। फिर इत्थे अगे पातशाह कहंदे ने, प्राण जो थाके थिर नहीं, कैसे बिरमावूं। बिरमावूं तो भाव की है धीरज। प्राण
ਥਾਕੇ, ਪ੍ਰਾਣ ਜੋ ਥਾਕੇ ਥਿਰ ਨਹੀਂ। ਤੈਨੂੰ ਉਡੀਕਦਿਆਂ ਵੇਖਣ ਦੀ ਤਾਂਘ ਬਣਾਈ ਆ ਨਾ, ਤੇ ਇਹ ਤਾਂਘ ਇੰਨੀ ਕੁ ਲੰਮੀ ਹੋ ਗਈ, ਮੇਰੀ ਉਡੀਕ ਇੰਨੀ ਕੁ ਲੰਮੀ ਹੋ ਗਈ ਕਿ ਮੇਰੀਆਂ ਅੱਖਾਂ ਥੱਕ ਗਈਆਂ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੈ ਚਾਤ੍ਰਿਕ ਕੀ ਨਿਆਈ। ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ, ਆਹ ਅਵਸਥਾ ਬਣ ਗਈ। ਪ੍ਰਾਨ ਜੋ ਥਾਕੇ ਥਿਰ ਨਹੀਂ, ਕੈਸੇ ਬ੍ਰਹਮਾਂਡ। ਜੇ ਅਜੇ ਤੱਕ ਮੈਨੂੰ ਤੇਰੇ ਨਾਲ ਨਾ ਮਿਲਣ ਦਾ ਵਕਤ ਨਹੀਂ ਮਿਲਿਆ, ਸਮਾਂ ਨਹੀਂ ਮਿਲਿਆ, ਫਿਰ ਮੈਂ ਕਿਵੇਂ ਧੀਰਜ ਕਰਾਂ, ਮੈਂ ਕਿਵੇਂ ਫਿਰ ਆਪਣੇ ਆਪ ਨੂੰ ਸਮਝਾਵਾਂ, ਮੈਂ ਆਪਣੇ ਆਪ ਨੂੰ ਕਿਵੇਂ ਹੌਸਲੇ 'ਚ ਲੈ ਕੇ ਆਵਾਂ, ਕਿਵੇਂ ਆਪਣੇ ਆਪ ਨੂੰ ਮੈਂ ਠਹਿਰਾਓ ਦੇ ਵਿੱਚ ਲੈ ਕੇ ਆਵਾਂ। ਇਹ ਹੋ ਹੀ ਨਹੀਂ ਸਕਦਾ। ਜਾਨੀ ਕਿ ਇੱਥੇ ਭਗਤ ਜੀ ਨੇ ਨਾ ਆਪਣੇ ਅੰਦਰ ਦੀ ਖਿੱਚ ਦੀ ਗੱਲ ਕੀਤੀ ਆ, ਤਾਂਘ ਦੀ ਗੱਲ ਕੀਤੀ ਆ, ਆਪਣੇ ਅੰਦਰ ਦੇ ਪਿਆਰ ਦੀ ਗੱਲ ਕੀਤੀ ਆ। ਮੈਂ ਤਾਂ ਉਹ ਮਾਲਕ ਪਰਮਾਤਮਾ ਦੇ ਨਾਲ, ਜਾਨੀ ਕਿ ਸਿੰਘ ਰੂਪੀ ਸ਼ੇਰ ਦੇ ਨਾਲ ਇੰਨਾ ਕੁ ਜੁੜ ਚੁੱਕੀਆਂ ਵੀ ਉਹਨੂੰ ਮਿਲਣ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦਾ। ਬਾਣੀ 'ਚ ਵੀ ਇਵੇਂ ਲਿਖਿਆ ਨਾ, ਪਾਤਸ਼ਾਹ ਜੀ ਲਿਖਦੇ ਕੀ ਨੇ, ਝੱਖੜ ਝਾਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਮਤਲਬ ਭਾਵੇਂ ਜਿੰਨੇ ਮਰਜੀ ਝੱਖੜ ਵਗਣ, ਝਾਗੀ ਹਨੇਰੀ ਵਗੇ, ਪਰ ਭੀ ਗੁਰ ਦੇਖਣ, ਤਾਂ ਵੀ ਗੁਰੂ ਨੂੰ ਦੇਖਣ ਜਾਈ। ਗੁਰੂ ਨੂੰ ਦੇਖਣ ਤੋਂ ਬਿਨਾ ਨਹੀਂ ਹੱਲ ਹੋਣਾ। ਇੱਕ ਤਾਂ ਦੁਨਿਆਵੀ ਫੋਟੋ ਬਣ ਗਈ ਵੀ ਬਾਹਰੀ ਤੌਰ ਤੇ ਜਿੰਨੀ ਮਰਜ਼ੀ ਹਨੇਰੀ ਆਵੇ, ਜਿੰਨਾ ਮਰਜ਼ੀ ਮੀਂਹ ਪਵੇ, ਜਿੰਨੀ ਮਰਜ਼ੀ ਝੱਖੜ ਆਵੇ, ਮੈਂ ਮੇਰੇ ਗੁਰੂ ਕੋਲ ਜਾਵਾਂਗਾ। ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹੋ। ਜੇ ਤੁਰਦਾ ਕੰਬਲੀ ਭਿੱਜਦੀ ਆ, ਰਹਿਨਾਗਾ ਨੇਮ ਟੁੱਟਦਾਗਾ। ਇੱਕ ਤਾਂ ਤਸਵੀਰ ਬਣ ਗਈ ਇਹਦੀ ਬਾਹਰੀ ਤੌਰ ਤੇ, ਸਰੀਰਕ ਤਲ ਤੇ ਵੀ ਮੈਂ ਆਪਣੇ ਮਕਾਨ ਚੋਂ ਤੁਰਦਾ ਗੁਰੂ ਵੱਲ ਆਉਣਾ। ਮੰਦਰ, ਮਸਜਿਦ, ਗੁਰਦੁਆਰੇ, ਗਿਰਜਾ ਘਰ, ਜਿੱਥੇ ਮਰਜੀ ਆਪਾਂ ਆਪਣੇ ਆਪ ਨੂੰ ਲਾ ਲਓ। ਨੰਬਰ 2 ਤੇ ਬਾਣੀ ਦੇ ਜਿਹੜੇ ਜ਼ਿਆਦਾ ਅਰਥ ਨੇ ਉਹ ਸਾਡੇ ਮਨ ਨਾਲ ਸੰਬੰਧਿਤ ਨੇ। ਝੱਖੜ ਝਾਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਹੁਣ ਕਾਮ ਦਾ ਝੱਖੜ ਵਗਦਾ, ਕ੍ਰੋਧ ਦਾ ਝੱਖੜ ਵਗਦਾ, ਹਨੇਰੀ ਚੱਲਦੀ ਹੈ ਨਾ, ਲੋਭ ਦੀ ਹਨੇਰੀ, ਮੋਹ ਦੀ, ਹੰਕਾਰ ਦੀ ਹਨੇਰੀ, ਝੱਖੜ ਮੀਂਹ ਵਰਸ ਰਿਹਾਗਾ। ਜਿੰਨਾ ਮਰਜੀ ਇਹ ਬਕਾਰਾਂ ਦਾ ਮੀਂਹ, ਹਨੇਰੀ, ਝੱਖੜ ਚੱਲਦਾ ਰਹੇ, ਪਰ ਮੈਂ ਆਪਣੇ ਗੁਰੂ ਦਾ ਪੱਲਾ ਨਹੀਂ ਛੱਡਾਂਗਾ। ਕਈ ਵਾਰ ਹੁੰਦਾ ਨਾ ਵੀ ਨਹੀਂ ਛੱਡ, ਮੈਨੂੰ ਆ ਬਿਮਾਰੀ ਆ, ਮੈਂ ਨਹੀਂ ਜਾਣਾ ਗੁਰੂ ਕੋਲੇ। ਬਾਦਸ਼ਾਹ ਕਹਿੰਦੇ ਹੱਲ ਹੀ ਨਹੀਂ ਹੋਣਾਗਾ। ਜੇ ਬਿਮਾਰੀ ਕੱਟੀ ਜਾਊ ਨਾ ਤਾਂ ਡਾਕਟਰ ਕੋਲੇ ਜਾ ਕੇ ਕੱਟੀ ਜਾਊਗੀ, ਘਰੇ ਬੈਠਿਆ ਹੱਲ ਨਹੀਂ ਹੋਣਾ। ਇੱਥੇ ਆ ਗੱਲ ਕਹੀ ਆ, ਭਾਵ ਕਿ ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇਹੋ ਦਾ ਅਰਥ ਕੀ ਬਣ ਗਿਆ ਵੀ ਜੇ ਮੈਂ ਤੁਰਦਾਗਾ, ਇੰਨਾ ਲੋਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਬਰਸਾਤ ਵਿੱਚ ਭਿੱਜ ਚੁੱਕੇ ਨੇ। ਜੇ ਮੈਂ ਤੁਰਦਾ ਨਾ ਆ ਦੁਨੀਆ ਵਿੱਚੋਂ ਦੀ ਲੰਘਦਾਗਾ ਤਾਂ ਮੈਂ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਚਿੱਕੜ ਨਾਲ ਲਿਬੜਦਾ। ਜੇ ਨਹੀਂ ਜਾਂਦਾ ਤਾਂ ਫਿਰ ਮੇਰਾ ਨੇਮ ਟੁੱਟਦਾਗਾ। ਜਾਨੀ ਕਿ ਉੱਥੇ ਵੀ ਆਪਣੇ ਮਨ ਦੇ ਨਾਲ ਸੰਬੰਧਿਤ ਹੀ ਵਿਚਾਰ ਕੀਤੀ ਆ। ਇੱਥੇ ਭਗਤ ਜੀ ਵੀ ਇਹੀ ਕਹਿੰਦੇ ਨੇ ਵੀ ਮੇਰੇ ਅੰਦਰ ਵੀ ਆਹ ਭਾਵਨਾ ਬਣ ਗਈ, ਮੈਂ ਤੇਰੇ ਤੋਂ ਬਿਨਾਂ ਹੁਣ ਰਹਿ ਨਹੀਂ ਸਕਦਾ। ਹੁਣ ਇਹ ਗੱਲ ਭਗਤ ਸਾਧਨਾ ਜੀ ਨੇ ਕਿਉਂ ਕਹੀ? ਕਿਉਂਕਿ ਕੱਲ ਆਪਾਂ ਸੁਣਿਆ ਸੀ ਨਾ ਉਹਨਾਂ ਦਾ ਜੀਵਨ ਕਿਵੇਂ ਆ। 1180 ਦੇ ਵਿੱਚ ਜਨਮ ਹੁੰਦਾਗਾ, ਸਹਿਬਾਲ ਦੇ ਵਿੱਚ, ਅੱਗੇ ਹੈਦਰਾਬਾਦ ਦੇ ਵਿੱਚ, ਫਿਰ ਉਹ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਰਮ ਕਰਦੇ ਨੇ ਜਿਹੜਾ ਕਰਮ ਧਰਮੀ ਹੋ ਕੇ ਨਹੀਂ ਜਚਦਾ। ਵੀ ਬੰਦਾ ਧਰਮੀ ਵੀ ਹੋਵੇ ਨਾ ਤੇ ਮੰਦੜੇ ਕਰਮ ਵੀ ਕਰੇ, ਜਚਦੀ ਨਹੀਂ ਗੱਲ। ਬੱਚਾ ਸਕੂਲ ਦੇ ਵਿੱਚ ਦਾਖਲ ਵੀ ਆ ਤੇ ਸਕੂਲ ਦੇ ਵਿੱਚ ਹਰਕਤਾਂ ਵੀ ਕਰੇ ਤਾਂ ਛਿੱਤਰ ਗਰੰਟੀ ਸੁਦਾ ਪੈਣਗੇ। ਤੇ ਜਿਹੜਾ ਸਕੂਲ ਦੇ ਵਿੱਚ ਦਾਖਲਾ ਨਹੀਂ ਲੈਤਾ ਨਾ ਤੇ ਬੱਚਾ ਗਲਤੀਆਂ ਕਰੇ, ਉਹਨੂੰ ਕੋਈ ਨਹੀਂ ਬੁਲਾਉਂਦਾ। ਅਗਲਾ ਕਹਿੰਦਾ ਤੁਰਿਆ ਫਿਰ, ਅਸੀਂ ਤੇ ਇੱਥੋਂ ਕੀ ਲੈਣਾ, ਤੂੰ ਦਾਖਲਾ ਹੀ ਨਹੀਂ ਹੈ ਜਦੋਂ।
ਜਿਹੜਾ ਦਾਖਲ ਆਗਾ ਨਾ ਉਹਦੇ ਤੇ ਮੇਰ ਹੋ ਜਾਂਦੀ ਆ। ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਦਾਖਲਾ ਲੈਤਾ ਪਿਆ, ਕਿਸੇ ਵੀ ਕੋਲ ਅਸੀਂ ਗਲਤੀ ਨਹੀਂ ਕਰ ਸਕਦੇ। ਕੋਈ ਜ਼ੀਰੋ ਤੋਂ ਥੋੜਾ ਪੁਆਇੰਟ ਵੀ ਗੁੰਜਾਇਸ਼ ਨਹੀਂ ਹੈ ਵੀ ਅਸੀਂ ਗਲਤੀ ਕਰ ਲਗੇ। ਨਾ, ਇਹ ਨਾ ਕਹੋ ਵੀ ਹਾਂ ਤਾਂ ਕੀ ਹੁੰਦਾ, ਨਾ ਨਾ ਨਾ, ਅਸੀਂ ਦਾਖਲਾ ਲੈ ਲਿਆ, ਅਸੀਂ ਗਲਤੀ ਕਰਨ ਦੇ ਹੱਕਦਾਰ ਨਹੀਂ ਹੈਗੇ। ਜਿਹਨੇ ਦਾਖਲਾ ਨਹੀਂ ਲੈਤਾ ਉਹ ਜੋ ਮਰਜ਼ੀ ਕਰੇ, ਕੋਈ ਮਤਲਬ ਨਹੀਂਗਾ। ਸਾਰੀ ਦੁਨੀਆ ਮਾੜੇ ਕੰਮ ਕਰੀ ਜਾਂਦੀ ਆ ਨਾ, ਕਰੀ ਜਾਣ ਦੇ। ਜਿਹਨੇ ਦਾਖਲਾ ਲੈ ਲਿਆ ਉਹਦੇ ਲਈ ਸਖਤ ਹਦਾਇਤਾਂ ਨੇ। ਗੁਰੂ ਪਾਤਸ਼ਾਹ ਭਲਾ ਕਰੇ। ਭਗਤ ਸਧਨਾ ਜੀ ਕਹਿੰਦੇ ਨਾ, ਮੈਂ ਤਾਂ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਜਾਂ ਇਉਂ ਕਹ ਲਓ ਰੱਬ ਰੂਪੀ ਸ਼ੇਰ ਦੇ ਘਰ ਵਿੱਚ ਐਡਮਿਸ਼ਨ ਲੈ ਲਈ, ਦਾਖਲਾ ਲੈ ਲਿਆ। ਹੁਣ ਮੈਨੂੰ ਕਿਸੇ ਕੋਲ ਵੀ ਕੋਈ ਗਲਤੀ ਮਾਫ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਮੈਂ ਗਲਤੀ ਕਰਾਂਗਾ, ਕਿਉਂਕਿ ਮੈਂ ਗਲਤੀਆਂ ਪਹਿਲਾਂ ਬਥੇਰੀਆਂ ਕਰ ਲਈਆਂ। ਪਹਿਲਾਂ ਮੈਂ ਮਾੜੇ ਕੰਮ ਬਥੇਰੇ ਕਰ ਲਏ, ਪਹਿਲਾਂ ਮੈਂ ਧਰਮੀ ਹੋ ਕੇ ਬੱਕਰੇ ਵੀ ਵੱਢਦਾ ਰਹਾਂਗਾ, ਉਹ ਗੱਲਾਂ ਲੰਘ ਗਈਆਂ, ਪਰ ਹੁਣ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾਗਾ। ਫਿਰ ਇੱਥੇ ਭਗਤ ਜੀ ਕਹਿੰਦੇ ਨੇ, ਕੈਸੇ ਬਰਮਾਵੂ, ਮੈਂ ਕਿਵੇਂ ਧੀਰਜ ਵਿੱਚ ਆਪਣੇ ਆਪ ਨੂੰ ਲੈ ਕੇ ਆਵਾਂ। ਬੂੜ ਮੂਏ ਨੌਕਾ ਮਿਲੇ ਕਹੋ ਕਾਹੇ ਚੜਾਵੂ, ਬੂੜ ਮੂਏ ਨੌਕਾ ਮਿਲੇ। ਫਿਰ ਪਾਤਸ਼ਾਹ ਜੀ ਕਹਿੰਦੇ ਨਾ, ਮੈਂ ਕਿਵੇਂ ਆਪਣੇ ਆਪ ਨੂੰ ਇਸ ਸੰਸਾਰ ਸਾਗਰ ਦੇ ਵਿੱਚ ਡੁੱਬਣ ਤੋਂ ਬਚਾ ਸਕਦਾ ਹਾਂ। ਨੌਕਾ ਮਿਲੇ ਭਾਵ ਇਹ ਬੇੜੀ ਨੂੰ ਮੈਂ ਕਿਵੇਂ ਬਚਾ ਸਕਦਾ ਹਾਂ। ਜਿਹੜੀ ਮੈਨੂੰ ਮਸਾਂ ਹੀ ਸਰੀਰ ਰੂਪੀ ਬੇੜੀ ਮਿਲੀ ਹੈ ਨਾ, ਇਹਨੂੰ ਮੈਂ ਡੁੱਬਣ ਤੋਂ ਬਚਾਉਣਾਗਾ। ਜਿਵੇਂ ਮੰਨ ਲਓ ਵੀ ਕਿਸੇ ਪਰਿਵਾਰ ਤੇ ਰੱਬ ਨੇ ਕਿਰਪਾ ਕੀਤੀ, ਕੋਈ ਨਾ ਕੋਈ ਉਹਨੂੰ ਵਧੀਆ ਦਾਤ ਮਿਲ ਗਈ, ਸਰੀਰਕ ਸਹੂਲਤ ਮਿਲ ਗਈ, ਕੋਈ ਵਧੀਆ ਮਕਾਨ ਮਿਲ ਗਿਆ, ਕੋਈ ਵਧੀਆ ਸਾਧਨ ਮਿਲ ਗਿਆ, ਗੱਡੀ ਮੋਟਰਸਾਈਕਲ ਕੁਛ ਵੀ ਮਿਲ ਗਿਆ। ਉਹ ਕੀ ਕਹਿੰਦਾ ਹੁੰਦਾ, ਨਹੀਂ ਭਾਈ ਮਸਾਂ ਮਿਹਨਤ ਕਰਕੇ ਬਣਾਇਆ ਤੇ ਮੈਂ ਨਾ ਆਪਣਾ ਘਰ ਤੋੜਨਾ ਨਹੀਂ ਹੈ, ਨਾ ਮੈਂ ਗੱਡੀ ਤੋੜਨੀ ਥੋੜੀ ਆ, ਨਾ 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 ਮੈਂ ਮੋਟਰਸਾਈਕਲ ਤੋੜਨਾ ਥੋੜਾ ਹੀ ਹੈਗਾ, ਮਸਾਂ ਮਿਹਨਤ ਕਰਕੇ ਬਣਾਇਆ। ਤੇ ਇੱਥੇ ਭਗਤ ਜੀ ਕਹਿੰਦੇ ਨਾ, ਸੋਚ ਮਸਾਂ ਹੀ ਬਾਲੇ ਲੰਮੇ ਟਾਈਮ ਮਗਰੋਂ ਆ ਸਰੀਰ ਰੂਪੀ ਗੱਡੀ ਮਿਲੀ ਆ, ਉਹ ਮਰਜ਼ੀ ਸਾਡੀ ਆ, ਤੋੜਨੀ ਆ, ਭੰਨਣੀ ਆ ਜਾਂ ਸੰਭਾਲਣੀ ਆ। ਮਸਾਂ ਹੀ ਮੌਕਾ ਮਿਲਿਆਗਾ। ਭਈ ਪ੍ਰਾਪਤ ਮਨੁੱਖ ਦੇ ਹੋਈ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ। ਇਹ ਤਾਂ ਵੱਡੇ ਭਾਗਾਂ ਨਾਲ ਦੇ ਮਿਲੀ ਆ, ਇਹ ਇਦੋਂ ਬਾਅਦ ਸ਼ਾਇਦ ਨਾ ਮਿਲੇ। ਇਹਨੂੰ ਬਚਾ ਕੇ ਰੱਖ, ਸੰਭਾਲ ਕੇ ਰੱਖ, ਇਹ ਤੋਂ ਚੰਗੇ ਕੰਮ ਲੈ। ਇਹਦੀ ਜਿੰਨੀ ਸਾਂਭ ਸੰਭਾਲ ਕਰੇਗਾ ਤੇ ਉਨੀ ਇਹ ਥੋੜਾ ਜਿਹਾ ਲੰਮਾ ਲੰਘ ਜੂ, ਤੇ ਲੰਮਾ ਲੰਘੇਗਾ ਤੂੰ ਚੰਗੇ ਕੰਮ ਕਰ ਸਕਦਾ, ਤੇ ਚੰਗੇ ਕੰਮ ਕਰਦਿਆਂ ਤੇਰੇ ਜੀਵਨ ਦੇ ਵਿੱਚ ਮੁਕਤੀ ਆਊਗੀ। ਲਾਸਟ ਵਿੱਚ ਭਗਤ ਜੀ ਕਹਿੰਦੇ ਨੇ, ਮੈਂ ਨਾਹੀਂ ਕਿਛ ਹਉ ਨਾਹੀਂ। ਹੁਣ ਇੱਥੇ ਮੈਂ ਮਿਟ ਗਈ ਬਸ। ਹੁਣ ਬੰਦੇ ਦਾ ਸੁਭਾਅ ਨਾ ਵਿਚਾਰਾ 24 ਘੰਟੇ ਮੈਂ ਕਰਦਾਗਾ, ਹਉਮੈ। ਚਲੋ ਇੱਕ ਮੈਂ ਉਹ ਹੁੰਦੀ ਆ ਜਿਹੜਾ ਕੋਈ ਕੰਮ ਸਮਝਾਉਣਾ ਹੁੰਦਾ ਵੀ ਮੈਂ ਆਹ ਕੰਮ ਕੀਤਾ ਤੇ ਤੁਸੀਂ ਵੀ ਆਹ ਕੰਮ ਕਰੋ। ਜਿਵੇਂ ਟੀਚਰ ਬੱਚਿਆਂ ਨੂੰ ਸਮਝਾਉਂਦਾ ਹੈਗਾ, ਪੁੱਤਰੋ ਮੈਂ ਵੀ ਤੁਹਾਡੇ ਵਾਂਗੂ ਕੁੱਟ ਖਾਂਦਾ ਰਿਹਾ, ਮੈਂ ਵੀ ਉੱਥੇ ਮੈਂ ਹਉਮੈ ਵਾਲੀ ਮੈਂ ਨਹੀਂ ਹੈ। ਇਹ ਗੱਲਾਂ ਸਮਝਣੀਆਂ ਨੇ। ਹੁਣ ਭਗਤ ਜੀ ਕਹਿੰਦੇ ਜ਼ਿਆਦਾਤਰ ਇੱਥੇ ਦੁਨੀਆ ਵਿੱਚ ਲੋਕ ਨਾ ਹਉਮੈ ਦੇ ਵਿੱਚ ਫਸੇ ਪਏ ਨੇ, ਪਰ ਮੈਂ ਉਸ ਹਉਮੈ ਵਿੱਚੋਂ ਨਿਕਲ ਗਿਆ। ਮੈਂ ਨਾਹੀਂ, ਮੇਰੀ ਕੋਈ ਤਾਕਤ ਨਹੀਂ ਹੈ। ਕਿਛ ਹਉ ਨਾਹੀਂ, ਹਉ ਤੋਂ ਭਾਵ ਮੇਰੇ ਵਿੱਚ। ਮੈਂ ਨਾਹੀਂ ਕਿਛ ਹਉ ਨਾਹੀਂ, ਕਿਛ ਆਹੇ ਨਾ ਮੋਰਾ। ਅਵਸਰ ਉਮਰ ਲੱਜਾ, ਮੇਰੀ ਆ ਉਮਰ ਦੇ ਵਿੱਚ ਲੱਜਾ ਰੱਖ, ਇੱਜ਼ਤ ਰੱਖ, ਮੈਨੂੰ ਬਚਾ, ਮੈਨੂੰ ਚੰਗੇ ਆਹਾਰ ਵਿੱਚ ਲਾ। ਅਵਸਰ ਲੱਜਾ ਰਾਖ ਲਿਓ, ਸਾਧਨਾ ਜਨ ਤੋਰਾ। ਤੋਰੇ ਤੋਂ ਭਾਵ ਤੇਰਾ। ਹੇ ਵਾਹਿਗੁਰੂ ਜੀ, ਮੈਂ ਤੇਰਾਂਗਾ ਤੇ ਮੈਨੂੰ ਆਪ ਦਾ ਜਾਣ ਕੇ ਨਾ, ਆਪ ਦੇ ਵਰਗਾ ਸੁਭਾਅ ਦੇ ਕੇ ਮੈਨੂੰ ਚੰਗੇ ਕੰਮਾਂ ਨਾਲ ਜੋੜ ਲਾ। ਮੇਰੀ ਆਹੀ ਬੇਨਤੀ ਆ। ਤੇ ਆਪਾਂ ਵੀ ਇਹੀ ਬੇਨਤੀ ਕਰਨੀ ਹੈ, ਦਾਤਿਆ ਜਿੰਨੇ ਕੁ ਸਵਾਸ ਨੇ ਚੰਗੇ ਕੰਮਾਂ ਨਾਲ ਜੋੜ ਕੇ ਰੱਖੋ, ਭਲੇ ਦੇ ਕੰਮਾਂ ਨਾਲ ਜੋੜ ਕੇ ਰੱਖੋ।
ਤੇ ਆਪ ਜੀ ਦੀ ਕਿਰਪਾ ਸਦਕਾ ਮੈਂ ਭਲੇ ਦੇ ਕੰਮਾਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕਦਾਂਗਾ। ਤੇ ਜੇ ਮੈਂ ਤੇਰੇ ਨਾਲ ਟੁੱਟ ਗਿਆ ਤੇ ਫਿਰ ਮੇਰੀ ਜ਼ਿੰਦਗੀ ਨਰਕਾਂ ਭਰੀ ਹੈ। ਇੱਥੇ ਨਰਕ ਆ ਤੇ ਇੱਥੇ ਸਵਰਗ ਆ, ਭਾਵ ਗੁਰੂ ਨਾਲ ਜੁੜੇ ਆ ਸਵਰਗੀ ਜ਼ਿੰਦਗੀ ਆ, ਗੁਰੂ ਨੂੰ ਟੁੱਟੇ ਆ ਨਰਕ ਭਰੀ ਜ਼ਿੰਦਗੀ ਆ। ਗੁਰੂ ਨੂੰ ਟੁੱਟ ਕੇ ਜੀਵਨ ਨਾ ਬਤੀਤ ਕਰੀਏ, ਗੁਰੂ ਨਾਲ ਜੁੜ ਕੇ ਹੀ ਜੀਵਨ ਬਤੀਤ ਕਰੀਏ। ਨਿੰਦਾ, ਚੁਗਲੀ, ਬੈਰ, ਵਿਰੋਧ, ਈਰਖਾ, ਨਸ਼ੇ, ਵਿਸ਼ੇ, ਬਕਾਰ ਸਭ ਕੁਝ ਛੱਡ ਕੇ ਇੱਕ ਸੋਹਣਾ ਤੇ ਸੁਚੱਜਾ ਜੀਵਨ ਜਿਉਣ ਦੀ ਪ੍ਰੇਰਨਾ ਗੁਰੂ ਦੀ ਬਾਣੀ ਤੋਂ ਪ੍ਰਾਪਤ ਕਰੀਏ। ਤੇ ਗੁਰੂ ਦੀ ਬਾਣੀ ਹੈ ਜਿਹੜੀ ਸਾਨੂੰ ਜਿਉਣ ਦਾ ਢੰਗ ਦੱਸਦੀ ਆ, ਜ਼ਿੰਦਗੀ ਜਿਉਣੀ ਕਿਵੇਂ ਆ। ਤੇ ਆਪਾਂ ਸਾਰਿਆਂ ਨੇ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਲਈ ਗੁਰੂ ਦੀ ਪਾਵਨ ਬਾਣੀ ਪੜ੍ਹਨੀ ਆ, ਜਾਣੀ ਕਿ ਗੁਰੂ ਦੀ ਬਾਣੀ ਦੇ ਲੜ ਲੱਗਣਾ ਗਾ। ਭਾਵੇਂ ਥੋੜਾ ਪੜੋ, ਭਾਵੇਂ ਬਹੁਤਾ ਪੜੋ, ਉਹ ਤੁਹਾਡੀ ਮਰਜ਼ੀ ਆ। ਪੜਨ ਦੇ ਨਾਲ ਨਾਲ ਵਿਚਾਰ ਜ਼ਰੂਰ ਕਰੋ। ਅੱਜ ਦਾ ਹੁਕਮਨਾਮਾ ਵੀ ਆ, ਕਿਆ ਪੜ੍ਹੀਆ ਕਿਆ ਗੁਣੀਆਂ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਫਿਰ ਪੜਨ ਸੁਣਨ ਦਾ ਵੀ ਕੀ ਫਾਇਦਾ ਜੇ ਮਤਲਬ ਕਿ ਸਾਡੀ ਜ਼ਿੰਦਗੀ 'ਚ ਟਿਕਾ ਹੀ ਨਹੀਂ ਬਣਿਆ, ਸਹਿਜ ਹੀ ਨਹੀਂ ਬਣਿਆ। ਜੇ ਅਸੀਂ ਆਪਣੀ ਆਪ ਨੂੰ ਸਵਾਰ ਹੀ ਨਹੀਂ ਸਕੇ ਤੇ ਫਿਰ ਫਾਇਦਾ ਵੀ ਕੀ ਆ। ਰੋਟੀ ਛਕਣ ਤੋਂ ਬਾਅਦ ਵੀ ਜੇ ਭੁੱਖ ਲੱਗੀ ਆ ਨਾ, ਭੁੱਖੂ ਕਰਦੇ ਆ, ਫਿਰ ਕੀ ਫਾਇਦਾ ਹੋਇਆ। ਗ੍ਰਾਂ ਜਾਣ ਤੋਂ ਬਾਅਦ ਵੀ ਅੱਗੇ ਹੋਰ ਤਮੰਨਾ ਗਈ, ਫਿਰ ਕੀ ਫਾਇਦਾ ਹੋਇਆ ਨਾ। ਭਾਵ ਗੁਰੂ ਨਾਲ ਜੁੜੀਏ, ਬਾਣੀ ਨੂੰ ਜ਼ਰੂਰ ਪੜ੍ਹੀਏ, ਵਿਚਾਰੀਏ ਤੇ ਸਮਝੀਏ, ਜ਼ਿੰਦਗੀ 'ਚ ਕਮਾਈਏ। ਇਹ ਭਗਤ ਸਧਨਾ ਜੀ ਦਾ ਸ਼ਬਦ ਆਪਾਂ ਗੁਰੂ ਕੀ ਪਾਵਨ ਬਾਣੀ ਵਿੱਚੋਂ ਪੜ੍ਹਿਆ ਗਾ, ਜਿਸ ਪੂਰੇ ਸ਼ਬਦ ਦਾ ਨਿਚੋੜ ਰੱਬ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ। ਸਿੰਘ ਰੂਪੀ ਸ਼ੇਰ ਜਾਣੀ ਕਿ ਰੱਬ ਗੁਰੂ, ਉਹਦੀ ਸ਼ਰਨ ਵਿੱਚ ਆਈਏ। ਜੇ ਸਿੰਘ ਦੀ ਸਰਨ ਵਿੱਚ ਆਉਣ ਤੋਂ ਬਾਅਦ ਡਰ ਲੱਗਦਾ, ਜਾਂ ਗਿੱਦੜ ਦੀਆਂ ਭਮਕੀਆਂ ਤੋਂ ਡਰ ਲੱਗਦਾ, ਜਾਂ ਗਿੱਦੜ ਖਾਂਦਾ ਗਾ, ਦੰਦੀਆਂ ਵੱਢਦਾ ਗਾ, ਫਿਰ ਸ਼ੇਰ ਦੀ ਸ਼ਰਨ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਹੋਇਆ। ਉਹ ਪਿੱਛੇ ਆਪਾਂ ਸਾਰਾ ਸੁਣ ਚੁੱਕੇ ਹਾਂ। ਸਾਰਿਆਂ ਦਾ ਧੰਨਵਾਦ, ਭੁੱਲਾਂ ਦੀ ਖਿਮਾ, ਗੁਰੂ ਕਿਰਪਾ ਕਰੇ। ਇਵੇਂ ਜਿਵੇਂ ਮਾਲਕ ਦੀ ਬਾਣੀ ਨਾਲ, ਸੇਵਾ ਨਾਲ, ਸਿਮਰਨ ਆਪਾਂ ਜੁੜੇ ਰਹੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ